ਦੋਸਤੋ ਮੇਰੀ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਇੱਕ ਵਾਰ ਫੇਰ ਆਪਾਂ ਗੱਲਬਾਤ ਐਸਵਾਈਐਲ ਕੈਨਾਲ ਦੇ ਨਿਰਮਾਣ ਦਾ ਵਿਰੋਧ ਜੋ ਕਿ ਸਿਆਸੀ ਕਾਨੂੰਨੀ ਅਤੇ ਇੱਕ ਖੂਨੀ ਸੰਘਰਸ਼ ਦੀ ਸ਼ਕਲ ਦੇ ਵਿੱਚ ਹੋਇਆ। ਪਹਿਲੇ 3 ਪਾਰਟ ਇਸ 4 ਪਾਰਟ ਦੀ ਸੀਰੀਜ਼ ਦੇ ਪਹਿਲੇ 3 ਭਾਗਾਂ ਦੇ ਵਿੱਚ ਮੈਂ ਉਹ ਸਾਰੇ ਫੈਕਟਰਸ ਨੂੰ ਐਗਜ਼ਾਮਿਨ ਕੀਤਾ ਤੇ ਪਿਛਲੀ ਰਿਪੋਰਟ ਦੇ ਵਿੱਚ ਆਪਾਂ ਜ਼ਿਕਰ ਕੀਤਾ ਕਿ ਖਾੜਕੂ ਜਥੇਬੰਦੀਆਂ ਨੇ ਜਦੋਂ 1982 ਤੋਂ 1990 ਤੱਕ ਐਸਵਾਈਐਲ ਦੇ ਨਿਰਮਾਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ। ਉਸ ਖੂਨੀ ਸੰਘਰਸ਼ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਮੌਤਾਂ ਹੋਈਆਂ ਤੇ 2 ਇੰਜੀਨੀਅਰ ਵੀ ਚੰਡੀਗੜ੍ਹ ਦੇ ਵਿੱਚ ਜੁਲਾਈ 1990 ਦੇ ਵਿੱਚ ਕਤਲ ਕਰਤੇ ਗਏ। ਅੱਜ ਦੀ ਰਿਪੋਰਟ ਥੋੜੀ ਜੀ ਅਨਰਿਲੇਟਡ ਹੈ ਕਿਉਂਕਿ ਪਾਰਟ 3 ਤੋਂ ਹੀ ਇਸ ਰਿਪੋਰਟ ਨੂੰ ਮੈਂ ਅੱਗੇ ਤੋਰਾਂਗਾ ਤੇ ਗੱਲ ਕਰਾਂਗੇ ਬੱਬਰ ਖਾਲਸਾ ਜਥੇਬੰਦੀ ਜਿਸ ਨੇ ਇਹਨਾਂ ਇੰਜੀਨੀਅਰਸ ਐਮਐਸ ਸੇਖੜੀ ਅਤੇ ਅਵਤਾਰ ਸਿੰਘ ਔਲਖ ਦਾ ਕਤਲ ਚੰਡੀਗੜ੍ਹ ਦੇ ਵਿੱਚ ਕੀਤਾ ਸੀ। ਇੰਜੀਨੀਅਰਾਂ ਦੇ ਇਹਨਾਂ ਕਤਲਾਂ ਦੇ ਪਿੱਛੇ ਦਿਲਜੀਤ ਸਿੰਘ ਦਲੀ ਅਤੇ ਬਲਵਿੰਦਰ ਸਿੰਘ ਜਟਾਣਾ ਦੀ ਭੂਮਿਕਾ ਸੀ। ਇੱਕ ਨਾਂ ਜਿਹੜਾ ਪਿਛਲੀ ਰਿਪੋਰਟ ਦੇ ਵਿੱਚ ਮੈਂ ਗਲਤ ਲਿਆ ਸੀ ਉਹ ਸੀ ਹਰਮੀਤ ਸਿੰਘ ਤੋਚੀ ਜੋ ਕਿ ਪਾਊਵਾਲ ਪਿੰਡ ਦੇ ਸਨ। ਇਹ ਵੀ ਬੱਬਰ ਖਾਲਸਾ ਦੇ ਆਪਰੇਟਿਵ ਸਨ। ਹਰਮੀਤ ਸਿੰਘ ਤੋਚੀ ਬਲਬੀਰ ਸਿੰਘ ਫੌਜੀ ਅਤੇ ਜਗਤਾਰ ਸਿੰਘ ਪਿੰਜੌਲਾ ਇਹ ਉਹ 4 ਲੋਕ ਸਨ ਬਲਵਿੰਦਰ ਜਟਾਣਾ ਸਣੇ ਜਿਨ੍ਹਾਂ ਨੇ ਜਾ ਕੇ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇੰਜੀਨੀਅਰਾਂ ਦਾ ਕਤਲ ਕੀਤਾ। ਲੇਕਿਨ ਇਸ ਤੋਂ ਬਾਅਦ ਜਿਹੜਾ ਸੀਕੁਅਲ ਤੁਰਿਆ ਯਾਨੀ ਕਿ ਬਲਵਿੰਦਰ ਸਿੰਘ ਜਟਾਣਾ ਦੇ ਨਾਲ ਜਾਂ ਉਸਦੇ ਪਰਿਵਾਰ ਦੇ ਨਾਲ ਕੀ ਕੁਝ ਹੋਇਆ ਜਾਂ ਫਿਰ ਦਲਜੀਤ ਸਿੰਘ ਦਲੀ ਦੇ ਨਾਲ ਕੀ ਕੁਝ ਹੋਇਆ, ਅੱਜ ਦੀ ਰਿਪੋਰਟ ਦੇ ਵਿੱਚ ਆਪਾਂ ਉਹ ਚਰਚਾ ਕਰਨੀ ਹੈ। ਇੱਕ ਸੰਦਰਭ ਐਸਵਾਈਐਲ ਦਾ ਜ਼ਰੂਰ ਅੱਜ ਦੀ ਰਿਪੋਰਟ ਦੇ ਪਿੱਛੇ ਹੈ। ਸੋ 1990 ਦੇ ਵਿੱਚ ਇੰਜੀਨੀਅਰਾਂ ਦੇ ਕਤਲ ਤੋਂ ਬਾਅਦ ਐਸਵਾਈਐਲ ਦੇ ਨਿਰਮਾਣ ਤੇ ਉਸਦੀ ਉਸਾਰੀ ਦੀਆਂ ਕੋਸ਼ਿਸ਼ਾਂ ਬੰਦ ਕਰਤੀਆਂ ਗਈਆਂ ਯਾਨੀ ਕਿ ਜਿਹੜੀ ਵੀ ਗਰਾਊਂਡ ਲੈਵਲ ਦੇ ਉੱਤੇ ਕੰਮਕਾਜ ਚੱਲਦਾ ਪਿਆ ਸੀ, ਪ੍ਰੋਜੈਕਟ ਚੱਲਦਾ ਪਿਆ ਸੀ, ਉਹ ਰੁਕ ਗਿਆ। ਅੱਜ ਤੱਕ ਉਹ ਪ੍ਰੋਜੈਕਟ ਦੁਬਾਰਾ ਨਹੀਂ ਤੁਰ ਪਾਇਆ ਹੈ। ਲੇਕਿਨ 1.25 ਸਾਲ ਬੀਤਣ ਦੇ ਬਾਵਜੂਦ ਵੀ ਕੋਈ ਰਿਐਕਸ਼ਨ ਉਹਨਾਂ ਕਹਿ ਸਕਦੇ ਕਿ ਜਿਹੜੀ ਹੱਤਿਆਵਾਂ ਹੋਈਆਂ ਇੰਜੀਨੀਅਰਸ ਦੀਆਂ ਹੱਤਿਆਵਾਂ ਉਸ ਦੇ ਉੱਤੇ ਕੋਈ ਵੱਡਾ ਰਿਐਕਸ਼ਨ ਨਹੀਂ ਸੀ ਟੂ ਦਾ ਐਕਸਟੈਂਟ ਕਿ ਬੱਬਰ ਖਾਲਸਾ ਦੇ ਇਹਨਾਂ ਆਪਰੇਟਿਵਸ ਬਲਵਿੰਦਰ ਸਿੰਘ ਜਟਾਣਾ ਤੇ ਉਸਦੇ ਨਾਲ ਜਿਹੜੇ ਹੋਰ ਸਾਥੀ ਸਨ ਤੋਚੀ ਫੌਜੀ ਅਤੇ ਪਿੰਜੌਲਾ ਇਹਨਾਂ ਦੀ ਗ੍ਰਿਫਤਾਰੀਆਂ ਨਹੀਂ ਹੋ ਪਈਆਂ ਜਾਂ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ। ਅਗਲੇ ਸਾਲ ਅਗਸਤ ਦੇ ਵਿੱਚ ਯਾਨੀ ਕਿ 1991 29 ਅਗਸਤ ਨੂੰ ਘਟਨਾ ਹੁੰਦੀ ਹੈ। ਉਸ ਵਕਤ ਤੱਕ ਚੰਡੀਗੜ੍ਹ ਦੇ ਐਸਐਸਪੀ ਦੇ ਰੂਪ ਵਿੱਚ ਸੁਮੇਧ ਸਿੰਘ ਸੈਣੀ ਲੁਧਿਆਣਾ ਤੋਂ ਟ੍ਰਾਂਸਫਰ ਹੋ ਕੇ ਆ ਚੁੱਕੇ ਸੀ ਕਿਉਂਕਿ ਸੁਮੇਧ ਸਿੰਘ ਸੈਣੀ ਖੁਦ ਖਾੜਕੂ ਜਥੇਬੰਦੀਆਂ ਦੇ ਟਾਰਗੇਟ ਤੇ ਸਨ। ਖਾਸ ਕਰਕੇ ਲੁਧਿਆਣਾ ਦਾ ਇਲਾਕਾ ਜਿੱਥੇ ਉਹਨਾਂ ਨੇ ਜ਼ਿਆਦਾ ਆਪਰੇਸ਼ਨ ਕੀਤੇ ਸੀ ਉੱਥੋਂ ਦੀ ਸਰਗਰਮ ਖਾੜਕੂ ਜਥੇਬੰਦੀ ਟੈਰਰਿਸਟ ਆਊਟਫਿਟ ਜਿਹੜੀ ਖਾਲਿਸਤਾਨ ਲਿਬਰੇਸ਼ਨ ਫੋਰਸ ਸੀ ਜੋ ਕਿ ਉਸ ਸਮੇਂ ਤੱਕ ਬਹੁਤ ਵੱਡੀਆਂ ਵਾਰਦਾਤਾਂ ਕਰ ਚੁੱਕੀ ਸੀ, ਉਸ ਵੱਲੋਂ ਸੁਮੇਧ ਸਿੰਘ ਸੈਣੀ ਨੂੰ ਚੰਡੀਗੜ੍ਹ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ। 29 ਅਗਸਤ 1991 ਨੂੰ ਇੱਕ ਬੰਬ ਧਮਾਕਾ ਹੁੰਦਾ ਚੰਡੀਗੜ੍ਹ ਦੇ ਸੈਕਟਰ 17 SBI ਬੈਂਕ ਦੇ ਸਾਹਮਣੇ। ਇਹ ਬੰਬ ਧਮਾਕਾ ਸੁਮੇਧ ਸਿੰਘ ਸੈਣੀ ਨੂੰ ਨਿਸ਼ਾਨਾ ਬਣਾਉਣ ਲਈ ਹੁੰਦਾ ਹੈ। ਇਸ ਬੰਬ ਧਮਾਕੇ ਦੇ ਵਿੱਚ ਸੁਮੇਧ ਸਿੰਘ ਸੈਣੀ ਦੇ ਵਿਅਕਤੀਗਤ ਪਰਸਨਲ ਸਟਾਫ ਦੇ ਕੁਝ ਪੁਲਿਸ ਮੁਲਾਜ਼ਮ ਮਾਰੇ ਗਏ ਤੇ ਖੁਦ ਸੁਮੇਧ ਸਿੰਘ ਸੈਣੀ ਗੰਭੀਰ ਰੂਪ ਦੇ ਨਾਲ ਫੱਟੜ ਹੋਏ। 29 ਅਗਸਤ ਦੇ ਇਸ ਬੰਬ ਬਲਾਸਟ ਤੋਂ ਬਾਅਦ ਹਸਪਤਾਲ PGI ਦੇ ਵਿੱਚ ਜ਼ੇਰੇ ਇਲਾਜ ਚੱਲਦੇ ਪਏ ਸੁਮੇਧ ਸਿੰਘ ਸੈਣੀ ਨੂੰ ਮਿਲਣ ਨਿਹੰਗ ਅਜੀਤ ਸਿੰਘ ਭੂਲਾ ਅਤੇ ਗੁਰਮੀਤ ਸਿੰਘ ਪਿੰਕੀ ਆਂਦੇ ਨੇ ਜੋ ਕਿ ਉਸ ਦੀ ਟੀਮ ਦੇ ਯਾਨੀ ਕਿ ਸੁਮੇਧ ਸਿੰਘ ਸੈਣੀ ਦੇ ਖਾਸ ਗੁਰਮੀਤ ਸਿੰਘ ਪਿੰਕੀ ਦਾ ਪੁਲਿਸ ਦਾ ਅਫਸਰ ਹੁੰਦਾ ਹੈ। ਲੇਕਿਨ ਇੱਕ ਨੌਨ ਸਟੇਟ ਐਕਟਰ ਦੇ ਰੂਪ ਵਿੱਚ ਅਜੀਤ ਸਿੰਘ ਭੂਲਾ ਮਾਝੇ ਦੇ ਇਲਾਕੇ ਦੇ ਵਿੱਚ ਬਹੁਤ ਐਕਟਿਵ ਹੁੰਦਾ, ਪੁਲਿਸ ਦੇ ਕੈਟ ਵਜੋਂ ਜਾਣਿਆ ਜਾਂਦਾ ਹੈ। ਸੁਮੇਧ ਸਿੰਘ ਸੈਣੀ ਦੱਸਿਆ ਜਾਂਦਾ ਹੈ ਕਿ ਹਸਪਤਾਲ ਦੇ ਵਿੱਚ ਇਹਨਾਂ ਨੂੰ ਕਹਿੰਦੇ ਨੇ ਕਿ ਆਪਾਂ ਬਦਲਾ ਲੈਣਾ ਹੈ। ਬਦਲਾ ਕਿਸ ਚੀਜ਼ ਦਾ? ਸੁਮੇਧ ਸਿੰਘ ਸੈਣੀ ਦੇ ਉੱਤੇ ਜਿਹੜਾ ਹਮਲਾ ਹੋਇਆ ਪਲੱਸ ਉਸ ਦੇ ਜਿਹੜੇ ਸਟਾਫ ਮੈਂਬਰਾਂ ਦੀ ਪੁਲਿਸ ਕਰਮਚਾਰੀਆਂ ਦੀ ਜਿਹੜੀ ਮੌਤਾਂ ਉਸ ਬੰਬ ਧਮਾਕੇ ਦੇ ਵਿੱਚ ਹੋਈਆਂ। ਸੁਮੇਧ ਸਿੰਘ ਸੈਣੀ ਵੱਲੋਂ ਬਦਲਾ ਲੈਣ ਦੀ ਗੱਲਬਾਤ ਤੋਂ ਬਾਅਦ ਗੁਰਮੀਤ ਸਿੰਘ ਪਿੰਕੀ ਲੁਧਿਆਣਾ ਲਈ ਰਵਾਨਾ ਹੁੰਦਾ ਤੇ ਅਜੀਤ ਸਿੰਘ ਭੂਲਾ ਆਪਣੇ ਇਲਾਕੇ ਦੇ ਵਿੱਚ ਜਾਂਦਾ ਹੈ। ਲੇਕਿਨ ਜਦ ਤੱਕ ਗੁਰਮੀਤ ਸਿੰਘ ਪਿੰਕੀ ਦੀ ਜ਼ੁਬਾਨੀ ਉਹ ਦੱਸਦਾ ਹੈ ਕਿ ਜਦ ਤੱਕ ਉਹ ਵਾਪਸ ਚੰਡੀਗੜ੍ਹ ਪਹੁੰਚਦਾ ਰਸਤੇ ਦੇ ਵਿੱਚ ਹੀ ਉਸ ਨੂੰ ਜਾਣਕਾਰੀ ਮਿਲ ਗਈ ਕਿ ਅਜੀਤ ਸਿੰਘ ਭੂਲੇ ਨੇ ਉਹ ਐਕਸ਼ਨ ਜਾਂ ਉਹ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜੋ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਘਿਨੌਣੀ ਵਾਰਦਾਤਾਂ ਤੇ ਘਟਨਾਵਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ। ਹੁਣ ਸੁਮੇਧ ਸਿੰਘ ਸੈਣੀ ਤੇ ਉਸ ਦੀ ਪੂਰੀ ਟੀਮ ਨੂੰ ਗਲਤਫਹਿਮੀ ਇਹ ਹੋ ਜਾਂਦੀ ਹੈ ਕਿ ਜਿਹੜਾ ਬੰਬ ਉਹਨਾਂ ਦੇ ਉੱਤੇ ਲਾਇਆ ਗਿਆ ਇਹ ਬੱਬਰ ਖਾਲਸਾ ਵੱਲੋਂ ਲਾਇਆ ਗਿਆ ਕਿਉਂਕਿ ਇਸ 29 ਅਗਸਤ ਦੇ ਬੰਬ ਧਮਾਕੇ ਤੋਂ ਕੁਝ ਦਿਨ ਤੇ ਕੁਝ ਹਫ਼ਤੇ ਪਹਿਲਾਂ ਬੱਬਰ ਖਾਲਸਾ ਦੀਆਂ ਧਮਕੀਆਂ ਯਾਨੀ ਕਿ ਬਲਵਿੰਦਰ ਸਿੰਘ ਜਟਾਣਾ ਜੋ ਕਿ ਏਰੀਆ ਕਮਾਂਡਰ ਹੁੰਦਾ ਹੈ, ਚਰਨਜੀਤ ਚੰਨਾ ਉਸ ਦੇ ਨਾਲ ਹੁੰਦਾ ਹੈ, ਉਹ ਵੀ ਧਮਕੀਆਂ ਲਾ ਰਹੇ ਹੁੰਦੇ ਨੇ ਵੀ ਸੁਮੇਧ ਸਿੰਘ ਸੈਣੀ ਨੂੰ ਛੱਡਾਂਗੇ ਨਹੀਂ, ਮਾਰ ਦਿਆਂਗੇ। ਤਾਂ ਇਸ ਕਿਸਮ ਦੀ ਥ੍ਰੈਟ ਪਰਸੈਪਸ਼ਨ ਉਸ ਵਕਤ ਬਹੁਤ ਮੌਜੂਦ ਸੀ। ਇਸ ਬੰਬ ਧਮਾਕੇ ਤੋਂ ਬਾਅਦ ਸਿੱਧਾ ਤੇ ਡਾਇਰੈਕਟ ਸ਼ੱਕ ਬੱਬਰ ਖਾਲਸਾ ਦੇ ਉੱਤੇ ਸੀ। 30 ਅਗਸਤ 1991 ਦੀ ਰਾਤ ਨੂੰ ਰੋਪੜ ਦੇ ਪਿੰਡ ਜਟਾਣਾ ਜੋ ਕਿ ਬਲਵਿੰਦਰ ਸਿੰਘ ਜਟਾਣਾ ਦਾ ਪਿੰਡ ਹੁੰਦਾ ਹੈ ਉੱਥੇ ਅਜੀਤ ਸਿੰਘ ਭੂਲਾ ਆਪਣੇ ਹਥਿਆਰਬੰਦ ਗੁੰਡਿਆਂ ਦੇ ਨਾਲ ਜਾਂਦਾ ਹੈ। ਇਹ ਉਸ ਦਾ ਕੰਮ ਕਰਨ ਦਾ ਤਰੀਕਾ ਹੋਇਆ ਕਰਦਾ ਸੀ। ਪੁਲਿਸ ਕੱਟ ਤੇ ਉਸ ਦੇ ਨਾਲ ਆਪਣੇ ਨੌਨ ਸਟੇਟ ਐਕਟਰ ਜ਼ਿਆਦਾ ਹੋਇਆ ਕਰਦੇ ਸੀ। ਉਹਨਾਂ ਨਾਲ ਜਾ ਕੇ ਉਸਨੇ ਜਟਾਣਾ ਦੇ ਉਸ ਘਰ ਜਿੱਥੇ ਕਿ ਬਲਵਿੰਦਰ ਸਿੰਘ ਜਟਾਣਾ ਦੀ ਦਾਦੀ ਜਿਸ ਦੀ ਉਮਰ 90 ਸਾਲ ਤੋਂ ਵੱਧ ਸੀ, ਉਸ ਦੀ ਮਾਸੀ, ਉਸ ਦੀ ਇੱਕ ਕਜ਼ਨ ਤੇ ਇੱਕ ਛੋਟੇ ਜਿਹੇ ਬੱਚੇ ਤਕਰੀਬਨ 4-5 ਸਾਲ ਦੀ ਇਸ ਬੱਚੇ ਦੀ ਉਮਰ ਸੀ, ਇਹ 4 ਲੋਕਾਂ ਨੂੰ ਗੋਲੀਆਂ ਮਾਰ ਕੇ ਉਸ ਘਰ ਨੂੰ ਅੱਗ ਲਾਤੀ ਗਈ। ਅਜੀਤ ਸਿੰਘ ਭੂਲੇ ਦੀ ਇਹ ਵਾਰਦਾਤ ਸੀ। ਇਹੀ ਉਹ ਵਾਰਦਾਤ ਤੇ ਬਦਲਾ ਸੀ ਜੋ ਕਿ
ਸੁਮੇਧ ਸਿੰਘ ਸੈਣੀ ਉੱਤੇ ਲਾਏ ਗਏ ਬੰਬ ਦਾ ਲਿਆ ਗਿਆ। ਇਸੇ ਦੀ ਜਾਣਕਾਰੀ ਗੁਰਮੀਤ ਸਿੰਘ ਪਿੰਕੀ ਨੇ ਬਾਅਦ ਵਿੱਚ ਆਪਣੀ ਕਈ ਇੰਟਰਵਿਊਜ਼ ਦਰਮਿਆਨ ਦਿੱਤੀ ਹੈ। ਸੋ ਇੱਕ ਬਹੁਤ ਵੱਡੀ ਵਾਰਦਾਤ ਸੀ, ਕਿਉਂਕਿ ਉਸ ਵਕਤ ਰੋਪੜ ਦੇ ਐਸਐਸਪੀ ਸੀ ਮੁਹੰਮਦ ਮੁਸਤਫਾ। ਇੱਕ ਮਿਸਟੇਕਨ ਆਇਡੈਂਟੀਟੀ ਦਾ ਕੇਸ ਤਾਂ ਸੀ ਹੀ, ਲੇਕਿਨ ਉਸ ਮਿਸਟੇਕਨ ਆਇਡੈਂਟੀਟੀ ਤੋਂ ਬਾਅਦ ਵੀ ਇਹ ਇੱਕ ਧੱਕਾ ਸੀ, ਵਧੀਕੀ ਸੀ, ਇੱਕ ਅਜਿਹੀ ਨਾਇਨਸਾਫੀ ਸੀ ਜੋ ਕਿ ਨਾਕਾਬਿਲੇ ਬਰਦਾਸ਼ਤ ਸੀ। ਸੁਮੇਧ ਸਿੰਘ ਸੈਣੀ ਉੱਤੇ ਲਾਏ ਗਏ ਬੰਬ ਦਾ ਐਡਾ ਵੱਡਾ ਤੇ ਐਡਾ ਘਿਨਾਉਣਾ ਜਿਹੜਾ ਵਾਰਦਾਤ ਕਰਕੇ ਬਦਲਾ ਲੈਣ ਦਾ ਸੋਚ ਸਿਰਫ ਅਜੀਤ ਸਿੰਘ ਪੂਲੇ ਵਰਗਿਆਂ ਦੇ ਦਿਮਾਗਾਂ ਦੇ ਵਿੱਚ ਹੀ ਆ ਸਕਦਾ ਸੀ। ਐਸਐਸਪੀ ਮੁਹੰਮਦ ਮੁਸਤਫਾ ਨੇ ਇਤਰਾਜ਼ ਜ਼ਾਹਰ ਕੀਤਾ। ਉਸ ਵਕਤ ਪੰਜਾਬ ਦੇ ਡੀਜੀਪੀ ਇੱਕ ਸਾਲ ਲਈ ਡੀਐਸ ਮੰਗਟ ਬਣੇ ਸਨ ਜਦੋਂ ਕੇਪੀਐਸ ਗਿੱਲ ਨੂੰ ਬਾਹਰ ਕਰਤਾ ਗਿਆ ਸੀ। ਚੰਦਰ ਸ਼ੇਖਰ ਦੀ ਗਵਰਨਮੈਂਟ ਸੀ, ਸ਼ਿਕਾਇਤਾਂ ਹੋ ਰਹੀਆਂ ਸੀ, ਕੇਪੀਐਸ ਗਿੱਲ ਨੂੰ ਝੱਲਣ ਨੂੰ ਲੋਕ ਤਿਆਰ ਨਹੀਂ ਸੀ। ਸੋ ਡੀਐਸ ਮੰਗਟ ਨੂੰ ਸ਼ਿਕਾਇਤ ਕਰਦੇ ਨੇ ਰੋਪੜ ਦੇ ਐਸਐਸਪੀ ਮੁਹੰਮਦ ਮੁਸਤਫਾ ਤੇ ਸੁਮੇਧ ਸਿੰਘ ਸੈਣੀ ਦੇ ਇਹਨਾਂ ਨਾਨ ਸਟੇਟ ਐਕਟਰਸ ਵੱਲੋਂ ਕੀਤੀ ਗਈ ਇਸ ਕਰਤੂਤ, ਇਸ ਘਿਨਾਉਣੀ ਵਾਰਦਾਤ ਦੇ ਖਿਲਾਫ ਸਖਤ ਇਤਰਾਜ਼ ਜ਼ਾਹਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਦੱਸਿਆ ਜਾਂਦਾ ਕਿ ਕਈ ਹਫ਼ਤੇ ਜਾਂ ਸ਼ਾਇਦ ਕਈ ਮਹੀਨੇ ਗੁਰਮੀਤ ਸਿੰਘ ਪਿੰਕੀ ਨੂੰ ਚੰਡੀਗੜ੍ਹ ਤੇ ਅਜੀਤ ਸਿੰਘ ਪੂਲੇ ਨੂੰ ਡਿਟੇਨ ਕਰਕੇ ਰੱਖਿਆ ਗਿਆ ਤਾਂ ਕਿ ਇਹ ਹੋਰ ਮੂਵਮੈਂਟ ਨਾ ਕਰ ਸਕਣ ਤੇ ਸਰਕਾਰ ਜਾਂ ਫਿਰ ਸੀਨੀਅਰ ਫੰਕਸ਼ਨਰੀਜ਼ ਦਾ ਗੁੱਸਾ ਠੰਡਾ ਹੋਵੇ। ਕਿਉਂਕਿ ਇਸ ਵਾਰਦਾਤ ਦੀ ਯਾਨੀ ਕਿ ਸੁਮੇਧ ਸਿੰਘ ਸੈਣੀ ਉੱਤੇ ਬੰਬ ਲਾਏ ਜਾਣ ਦੀ ਸ਼ਾਇਦ ਜ਼ਿੰਮੇਵਾਰੀ ਵੀ ਕਿਸੇ ਜਥੇਬੰਦੀ ਨੇ ਨਹੀਂ ਕਬੂਲੀ, ਜਿਸ ਕਰਕੇ KLF ਜਿਸਨੇ ਕਿ ਅਸਲ ਦੇ ਵਿੱਚ ਇਹ ਬੰਬ ਲਾਇਆ ਸੀ ਉਸ ਦੀ ਥਾਂ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਬਲਵਿੰਦਰ ਜਟਾਣੇ, ਚਰਨਜੀਤ ਚੰਨੇ ਉੱਤੇ ਸਿੱਧਾ ਸ਼ੱਕ ਆਇਆ। 30 ਅਗਸਤ ਦੀ ਇਸ ਵਾਰਦਾਤ ਤੋਂ ਤਕਰੀਬਨ 5 ਦਿਨ ਬਾਅਦ 4 ਸਤੰਬਰ ਦੇ ਆਸ-ਪਾਸ ਜਾ ਕੇ ਬਲਵਿੰਦਰ ਸਿੰਘ ਜਟਾਣੇ ਅਤੇ ਚਰਨਜੀਤ ਚੰਨੇ ਨੂੰ ਵੀ ਖੁਫੀਆ ਜਾਣਕਾਰੀ ਦੇ ਆਧਾਰ ਉੱਤੇ ਟਰੈਕ ਕਰ ਲਿਆ ਗਿਆ। ਉਸ ਵਕਤ ਇਹ ਦੱਸਿਆ ਜਾਂਦਾ ਹੈ ਕਿ ਦਲਜੀਤ ਸਿੰਘ ਦਲੀ, ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਚੰਨਾ ਜੋ ਕਿ ਉਹਨਾਂ ਦਿਨਾਂ ਦੇ ਵਿੱਚ ਹਰਿਆਣਾ ਦੇ ਸ਼ਾਹਬਾਦ ਕੁਰੂਕਸ਼ੇਤਰ ਦੇ ਏਰੀਆ ਦੇ ਵਿੱਚ ਰਹਿ ਰਹੇ ਹੁੰਦੇ ਨੇ, ਉੱਥੇ ਉਹਨਾਂ ਦੀਆਂ 18 ਹੁੰਦੀਆਂ ਨੇ, ਉੱਥੋਂ ਵਾਪਸ ਆਉਂਦੇ ਨੇ। ਦਲਜੀਤ ਸਿੰਘ ਦਲੀ ਰੋਪੜ ਵਾਲੇ ਪਾਸੇ ਨਿਕਲਦੇ ਹੈ, ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਚੰਨਾ ਪਟਿਆਲੇ ਵਾਲੇ ਪਾਸੇ ਨਿਕਲਦੇ ਨੇ। ਰਸਤੇ ਦੇ ਵਿੱਚ ਇੱਕ ਨਾਕਾ ਲੱਗਿਆ ਹੁੰਦਾ ਹੈ। ਇਹ ਉਹ ਦਿਨ ਸੀ ਜਦੋਂ ਕਿ ਨਾ ਤਾਂ ਸੋਸ਼ਲ ਮੀਡੀਆ, ਨਾ ਹੀ ਇੰਟਰਨੈਟ ਤੇ ਨਾ ਹੀ ਇਹਨਾਂ ਦੀਆਂ ਤਸਵੀਰਾਂ ਐਡੀਆਂ ਪ੍ਰਚਲਿਤ ਸਨ। ਉਹਨਾਂ ਨੂੰ ਸਰਕੂਲੇਟ ਕਰਨ ਦੀ ਤਾਂ ਗੱਲ ਬਾਤ ਦੂਰ ਤੱਕ ਨਹੀਂ ਸੀ। ਸੋ ਤਰੀਕਾ ਹੀ ਹੁੰਦਾ ਸੀ ਕਿ ਪੁਲਿਸ ਆਪਣੇ ਮੁਖਬਰਾਂ ਦੇ ਜ਼ਰੀਏ, ਇਨਫੋਰਮਰ ਦੇ ਜ਼ਰੀਏ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਕੈਟ ਦਾ ਨਾਮ ਵੀ ਦਿੱਤਾ ਗਿਆ, ਉਹਨਾਂ ਦੇ ਜ਼ਰੀਏ ਹੀ ਪਛਾਣ ਤੇ ਆਇਡੈਂਟੀਫਿਕੇਸ਼ਨ ਕਰਦੀ ਸੀ। ਸੋ ਉਸ ਨਾਕੇ ਉੱਤੇ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਚੰਨਾ ਆਪਣੇ ਜਿਹੜੇ ਵੀ ਉਹਨਾਂ ਕੋਲ ਫਰਜ਼ੀ ਦਸਤਾਵੇਜ਼ ਹੋਣਗੇ ਉਸ ਨੂੰ ਦਿਖਾ ਕੇ ਨਿਕਲ ਜਾਂਦੇ ਨੇ। ਲੇਕਿਨ ਬਾਅਦ ਦੇ ਵਿੱਚ ਇੱਕ ਗੱਡੀ ਜਿਸ ਦੇ ਕਾਲੇ ਸ਼ੀਸ਼ੇ ਸੀ ਉਸ ਵਿੱਚ ਬੈਠਾ ਇੱਕ ਮੁਖਬਰ ਜੋ ਕਿ ਸੁਹਾਣਾ ਹੀ ਇਲਾਕੇ ਦਾ, ਇਨਫੈਕਟ ਬੈਦਵਾਨ ਬਾਸੀਆਂ ਪਿੰਡ ਦਾ ਡਾਕਟਰ ਜਸਵੀਰ ਦੱਸਿਆ ਜਾਂਦਾ ਹੈ, ਉਸ ਵੱਲੋਂ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਨਾਕਾ ਕ੍ਰਾਸ ਕਰਨ ਦੇ ਬਾਵਜੂਦ ਵੀ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਚੰਨੇ ਦੀ ਪਛਾਣ ਡਾਕਟਰ ਜਸਵੀਰ ਵੱਲੋਂ ਕਰਵਾਈ ਜਾਂਦੀ ਹੈ, ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੂੰ ਫੜ ਕੇ ਉਹਨਾਂ ਦਾ ਇੱਕ ਐਨਕਾਊਂਟਰ ਕਰਤਾ ਜਾਂਦਾ ਹੈ। ਉਹਨਾਂ ਨੂੰ ਇਸ ਮੁਕਾਬਲੇ ਦੇ ਵਿੱਚ ਮਾਰਤਾ ਜਾਂਦਾ ਹੈ। 1991 ਦੇ ਸਤੰਬਰ ਦੇ ਪਹਿਲੇ ਹਫ਼ਤੇ ਦੌਰਾਨ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਚੰਨਾ ਦੇ ਹੋਏ ਐਨਕਾਊਂਟਰ ਨੂੰ ਲੈ ਕੇ ਕਈ ਕਿਸਮ ਦੇ ਸੰਸ਼ੇ ਰਹੇ। ਇਹ ਜਾਣਕਾਰੀ ਖੁਫੀਆ ਇਨਪੁਟ ਪੁਲਿਸ ਨੂੰ ਕਿਵੇਂ ਮਿਲੀ? ਡਾਕਟਰ ਜਸਵੀਰ ਦਾ ਨਾਂ ਤੇ ਚਰਚਾ ਬਹੁਤ ਲੇਟ ਪਿਕਚਰ ਵਿੱਚ ਆਇਆ, ਲੇਕਿਨ ਇਮੀਡੀਏਟ ਜਿਹੜਾ ਰਿਐਕਸ਼ਨ ਬੱਬਰ ਖਾਲਸਾ ਦੇ ਅੰਦਰਲੇ ਹਲਕਿਆਂ ਦੇ ਵਿੱਚ ਸੀ ਕਿ ਇਹ ਇੱਕ ਇਨਸਾਈਡਰ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਹੈ। ਕਿਉਂਕਿ ਹਰਿਆਣਾ ਦਾ ਸ਼ਾਹਬਾਦ ਤੇ ਕੁਰੂਕਸ਼ੇਤਰ ਦੇ ਇਲਾਕੇ, ਇਹਨਾਂ ਦੇ ਵਿੱਚ ਜਿਵੇਂ ਮੈਂ ਜ਼ਿਕਰ ਸ਼ਾਇਦ ਕੀਤਾ ਹੈ 18 ਹੋਇਆ ਕਰਦੀਆਂ ਸਨ ਇਹਨਾਂ ਸਾਰੇ ਖਾੜਕੂਆਂ, ਖਾਸ ਕਰਕੇ ਬੱਬਰ ਖਾਲਸਾ ਦੇ ਆਪਰੇਟਿਵਸ ਦੀਆਂ। ਇਕੱਠੇ ਦਲਜੀਤ ਸਿੰਘ ਦਲੀ ਹੋਣਾ ਦੇ ਨਾਲ ਇਹ ਲੋਕ ਨਿਕਲੇ ਸਨ। ਦਲਜੀਤ ਸਿੰਘ ਦਲੀ ਦੇ ਉੱਤੇ ਵੀ ਜਥੇਬੰਦੀ ਦੇ ਅੰਦਰ ਦੇ ਕੁਝ ਲੋਕਾਂ ਨੇ ਸ਼ੱਕ ਕੀਤਾ। ਹਾਲਾਂਕਿ ਦਲਜੀਤ ਸਿੰਘ ਦਲੀ ਦੀ ਜਿਹੜੀ ਕਮਿਟਮੈਂਟ SYL ਦੇ ਵਿਰੋਧ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਜਾਰੀ ਸੀ, ਲੇਕਿਨ ਇਸ ਦੇ ਬਾਵਜੂਦ ਜਥੇਬੰਦੀ ਦੇ ਅੰਦਰਲੇ ਹਲਕਿਆਂ ਦੇ ਵਿੱਚ ਉਹਨਾਂ ਉੱਤੇ ਵੀ ਸ਼ੱਕ ਕੀਤਾ ਜਾ ਰਿਹਾ ਸੀ। ਲੇਕਿਨ ਇਸ ਐਨਕਾਊਂਟਰ ਯਾਨੀ ਕਿ ਜਟਾਣਾ ਤੇ ਚਰਨਜੀਤ ਚੰਨੇ ਦੇ ਐਨਕਾਊਂਟਰ ਤੋਂ ਮਹਿਜ਼ 3 ਤੋਂ 4 ਦਿਨਾਂ ਬਾਅਦ ਹੀ ਦਲਜੀਤ ਸਿੰਘ ਦਲੀ ਵੀ ਗਾਇਬ ਹੋ ਜਾਂਦੇ ਨੇ। ਦੱਸਿਆ ਜਾਂਦਾ ਹੈ ਕਿ ਰੋਪੜ ਦਾ ਨਨਹੇੜੀ ਪਿੰਡ ਜਿੱਥੇ ਕਿ ਇਹਨਾਂ ਖਾੜਕੂਆਂ ਦੀ 18 ਹੋਇਆ ਕਰਦੀਆਂ ਸੀ, ਉੱਥੋਂ ਦਲਜੀਤ ਸਿੰਘ ਦਲੀ ਨੂੰ ਉਹਨਾਂ ਦੇ ਜਾਣਕਾਰ ਜਥੇਬੰਦੀ ਦੇ ਕੋਈ ਲੋਕ ਲੈ ਕੇ ਬੁਲਾ ਕੇ ਲਿਜਾਂਦੇ ਨੇ, ਜਿਸ ਤੋਂ ਬਾਅਦ ਅੱਜ ਤੱਕ ਦਲਜੀਤ ਸਿੰਘ ਦਲੀ ਦੇ ਬਾਰੇ ਕੁਝ ਪਤਾ ਨਹੀਂ ਲੱਗਾ। ਦਲਜੀਤ ਸਿੰਘ ਦਲੀ ਨੂੰ ਮਾਰਤਾ ਗਿਆ, ਕਿਹੜੇ ਹਾਲਾਤਾਂ ਦੇ ਵਿੱਚ ਹੱਤਿਆ ਕੀਤੀ ਗਈ, ਇਹ ਸਾਰੇ ਅਜਿਹੇ ਸਵਾਲ ਨੇ ਜੋ ਅਜੇ ਵੀ ਉਹਨਾਂ ਦੇ ਪਰਿਵਾਰ ਦੇ ਜ਼ਿਹਨ ਦੇ ਵਿੱਚ ਹੈ। ਕਈ ਥਿਊਰੀਜ਼ ਨਿਕਲੀਆਂ, ਪੁਲਿਸ ਇਨਫੋਰਮਰਸ ਜਾਂ ਪੁਲਿਸ ਨੇ ਉਹਨਾਂ ਨੂੰ ਨਿਊਟਰਲਾਈਜ਼ ਕੀਤਾ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੀ ਕੁਝ ਅਜਿਹੇ ਅੰਦਰਲੇ ਹਲਕਿਆਂ ਦੇ ਕਾਰਕੂਨ ਜੋ ਕਿ ਈਰਖਾ ਕਰਦੇ ਸੀ, ਜਿਨ੍ਹਾਂ ਨੂੰ ਇਹ ਡਰ ਸੀ ਕਿ ਬਲਵਿੰਦਰ ਜਟਾਣਾ ਤੋਂ ਬਾਅਦ ਇਸ ਇਲਾਕੇ ਦੀ ਬੱਬਰ ਖਾਲਸਾ ਦੀ ਕਮਾਨ ਜਿਹੜੀ ਹੈ ਦਲਜੀਤ ਸਿੰਘ ਦਲੀ ਨੂੰ ਦਿੱਤੀ ਜਾ ਸਕਦੀ ਹੈ, ਉਸ ਤਰੀਕੇ ਦੇ ਅਨਸਰਾਂ ਦੇ ਉੱਤੇ ਵੀ ਸ਼ੱਕ ਰਹੇ। ਉਹ ਇੱਕ ਅਜਿਹਾ ਦੌਰ ਸੀ ਜਦੋਂ ਕਿ ਕਿਸੇ ਉੱਤੇ ਵਿਸ਼ਵਾਸ ਤੇ ਭਰੋਸਾ ਕੀਤਾ ਜਾ ਨਹੀਂ ਸੀ ਸਕਦਾ। ਸੋ ਜ਼ਾਹਿਰੀ ਸ਼ੱਕ ਦੀ ਸੂਈ ਦਲਜੀਤ ਸਿੰਘ ਦਲੀ ਉੱਤੇ ਵੀ ਆਈ ਜੋ ਕਿ ਆਣੀ ਨਹੀਂ ਸੀ ਚਾਹੀਦੀ, ਲੇਕਿਨ ਇਸ ਦੇ ਇੱਕ ਬੈਕਗ੍ਰਾਉਂਡ ਸੀ। ਇਸ ਪੂਰੇ ਦੇ ਪੂਰੇ ਘਟਨਾਕ੍ਰਮ ਤੋਂ ਪਹਿਲਾਂ ਬਹੁਤ ਅਜਿਹੇ ਮੌਕੇ ਆਏ ਜਦੋਂ ਕਿ ਜਿਹੜਾ ਛੋਟਾ ਭਰਾ ਦਲਜੀਤ ਸਿੰਘ ਦਲੀ ਦੇ ਛੋਟੇ ਭਰਾ ਸ਼ਮਸ਼ੇਰ ਸਿੰਘ ਪਥਰੇੜੀ ਜੋ ਕਿ ਰੋਪੜ ਦੇ ਸੈਂਟਰਲ ਕੋਆਪਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸਨ, ਸਮਾਜ ਦੇ ਵਿੱਚ ਚੰਗਾ ਖਾਸਾ ਰਸੂਖ ਸੀ,
ਉਹਨਾਂ ਦਾ ਪਬਲਿਕ ਮੰਚਾਂ ਤੋਂ ਵਿਰੋਧ ਹੋਇਆ। ਉਹਨਾਂ ਦੀ ਕਾਰਗੁਜ਼ਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਚੰਗੀ ਸੀ, ਲੇਕਿਨ ਇਸ ਦੇ ਬਾਵਜੂਦ ਉਹਨਾਂ ਦੇ ਸਿਆਸੀ ਤੇ ਸਮਾਜਿਕ ਹਲਕਿਆਂ ਦੇ ਵਿੱਚ ਕਈ ਕ੍ਰਿਟਿਕ ਸਨ। ਸ਼ੇਰ ਸਿੰਘ ਧੂਮਛੇੜੀ ਤੇ ਬੱਬਰ ਖਾਲਸਾ ਦੇ ਹੀ ਇੱਕ ਹੋਰ ਐਕਟਿਵਿਸਟ ਅਮਰੀਕ ਸਿੰਘ ਕੋਹਲੀ ਅੰਦਰ ਖਾਤੇ ਮੰਨਿਆ ਜਾਂਦਾ ਕਿ ਆਪਸ ਦੇ ਵਿੱਚ ਕਈ ਅਜਿਹੇ ਫੈਕਟਰ ਰਹੇ ਹੋ ਸਕਦੇ ਨੇ, ਜਿਸ ਦੇ ਕਰਕੇ ਪਰਿਵਾਰ ਨੂੰ ਇਹ ਵੀ ਖਦਸ਼ਾ ਰਿਹਾ ਕਿ ਦਲਜੀਤ ਸਿੰਘ ਦਲੀ ਜਿਸ ਤਰੀਕੇ ਦੇ ਨਾਲ ਭੇਦ ਭਰੇ ਹਾਲਾਤਾਂ ਦੇ ਵਿੱਚ ਗਾਇਬ ਹੋ ਗਏ, ਉਸ ਤੋਂ ਬਾਅਦ ਉਹਨਾਂ ਦੀ ਬੋਡੀ ਤੱਕ ਨਹੀਂ ਮਿਲੀ ਤੇ ਭੋਗ ਉਹਨਾਂ ਦਾ ਜਿਹੜਾ ਸੀ ਉਹ ਪਾਇਆ ਗਿਆ 1 ਦਸੰਬਰ 1991 ਨੂੰ। ਸੋ ਉਸ ਪੂਰੀ ਦੀ ਪੂਰੀ ਘਟਨਾ ਪਿੱਛੇ ਕੁਝ ਅਜਿਹੇ ਅਨਸਰ ਵੀ ਰਹੇ ਹੋ ਸਕਦੇ ਨੇ। ਇਸ ਉੱਤੇ ਜਿਹੜੇ ਸੰਸੇ ਅੱਜ ਤੱਕ ਕਲੀਅਰ ਨਹੀਂ ਹੋ ਪਾਏ ਨੇ। ਕੁਝ ਪੁਲਿਸ ਦੀ ਜਾਂਚ ਦੇ ਵਿੱਚ ਗੱਲਾਂ ਬਾਤਾਂ ਜ਼ਰੂਰ ਨਿਕਲੀਆਂ, ਲੇਕਿਨ ਪਰਿਵਾਰ ਦਾ ਇਹ ਕਾਫੀ ਹੱਦ ਤੱਕ ਵਿਸ਼ਵਾਸ ਹੈ ਕਿ ਦਲਜੀਤ ਸਿੰਘ ਦਲੀ ਨੂੰ ਜਿਹੜਾ ਐਲੀਮੀਨੇਟ ਤੇ ਨਿਊਟਰਲਾਈਜ਼ ਕੀਤਾ ਗਿਆ, ਉਹ ਜਾਂ ਤਾਂ ਗਲਤਫਹਿਮੀ ਦੇ ਚੱਲਦੇ ਹੋਇਆ ਜਾਂ ਫਿਰ ਜਾਣਬੁੱਝ ਕੇ ਈਰਖਾ ਦੇ ਕਾਰਨ ਕੁਝ ਅਜਿਹੇ ਅਨਸਰਾਂ ਨੇ ਉਹਨਾਂ ਨੂੰ ਟਾਰਗੇਟ ਕੀਤਾ। ਨਨਹੇੜੀ ਜਿਹੜਾ ਪਿੰਡ ਸੀ ਰੋਪੜ ਦਾ, ਜਿੱਥੇ ਕਿ ਖਾੜਕੋਂ ਦੀ 18 ਹੋਈਆਂ ਕਰਦੀਆਂ ਸੀ, ਇੱਕ ਮਾਸਟਰ ਦਾ ਘਰ ਹੁੰਦਾ ਸੀ ਜਿੱਥੇ ਕਿ ਇਹਨਾਂ ਦਾ ਆਣਾ ਜਾਣਾ ਸੀ। ਇਟ ਵਾਸ ਕੰਸੀਡਰਡ ਐਜ਼ ਅ ਸੇਫ ਹੈਵਨ। ਉੱਥੋਂ ਕੋਈ ਜਾਣਕਾਰ ਦਲਜੀਤ ਸਿੰਘ ਦਲੀ ਨੂੰ ਲੈ ਕੇ ਜਾਂਦਾ, ਜਿਸ ਤੋਂ ਬਾਅਦ ਦਲਜੀਤ ਸਿੰਘ ਦਲੀ ਦਾ ਪਤਾ ਨਹੀਂ ਲੱਗਦਾ, ਨਾ ਹੀ ਉਹਨਾਂ ਦੀ ਬੋਡੀ ਰਿਕਵਰ ਹੋ ਪਾਈ। ਇਸ ਤੋਂ ਬਾਅਦ ਦਾ ਘਟਨਾਕ੍ਰਮ ਵੀ ਬੜਾ ਹੈਰਾਨ ਕਰ ਦੇਣ ਵਾਲਾ ਸੀ। ਇਹ ਤਕਰੀਬਨ 10 ਸਤੰਬਰ 1991 ਦੀ ਗੱਲ ਕਰ ਰਹੇ। ਘਟਨਾਵਾਂ ਦੇਖੋ ਕਿੱਡੀ ਤੇਜ਼ੀ ਦੇ ਨਾਲ ਅਨਫੋਲਡ ਹੋਈਆਂ। 29 ਅਗਸਤ 1991 ਸੁਮੇਰ ਸਿੰਘ ਸੈਣੀ ਉੱਤੇ ਬੰਬ ਬਲਾਸਟ। 30 ਅਗਸਤ 1991 ਰੋਪੜ ਦੇ ਜਟਾਣਾ ਪਿੰਡ ਵਿਖੇ ਐਡਾ ਵੱਡਾ ਮੈਸੇਕਰ, ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਨਾਲ ਕਤਲ-ਓ-ਗਾਰਤ ਹੁੰਦੀ ਹੈ। 4 ਸਤੰਬਰ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਚਾਨਾ ਦਾ ਐਨਕਾਊਂਟਰ ਹੁੰਦਾ ਹੈ ਤੇ 10 ਸਤੰਬਰ ਆਉਂਦਾ ਇਸ ਤੋਂ ਪਹਿਲਾਂ 4 ਤੇ 10 ਸਤੰਬਰ ਦੇ ਵਿੱਚ ਉਸ ਅਰਸੇ ਦੇ ਦਰਮਿਆਨ ਦਲਜੀਤ ਸਿੰਘ ਦਲੀ ਦੀ ਮੁਲਾਕਾਤ ਆਪਣੇ ਛੋਟੇ ਭਰਾ ਸ਼ਮਸ਼ੇਰ ਸਿੰਘ ਪਥਰੇੜੀ ਦੇ ਨਾਲ ਹੁੰਦੀ ਹੈ। ਬਾਅਦ ਦੇ ਸਾਲਾਂ ਦੌਰਾਨ ਕਈ ਗੱਲਾਂ ਬਾਤਾਂ ਨਿਕਲੀਆਂ। ਡਾਕਟਰ ਜਸਵੀਰ ਦਾ ਜਿਹੜਾ ਚੈਪਟਰ ਹੈ, ਯਾਨੀ ਕਿ ਮੁਖਬਰੀ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਚਾਨੇ ਦੀ ਮੁਖਬਰੀ ਇਸ ਬਾਸੀਆਂ ਬੈਦਵਾਨ ਪਿੰਡ ਜੋ ਕਿ ਸੋਹਾਣਾ ਚੁੰਨੀ ਕਲਾਂ ਦੇ ਨੇੜੇ ਪੈਂਦਾ ਹੈ, ਉਸ ਦੇ ਡਾਕਟਰ ਨੇ ਕੀਤੀ। ਇੱਕ ਜਾਣਕਾਰੀਆਂ ਬਾਅਦ ਦੇ ਵਿੱਚ ਨਿਕਲੀਆਂ ਤੇ ਬਾਅਦ ਦੇ ਵਿੱਚ ਇਸ ਡਾਕਟਰ ਨੂੰ ਵੀ ਟਾਰਗੇਟ ਕੀਤਾ ਗਿਆ। ਆਪਾਂ ਗੱਲ ਕੀਤੀ ਸੀ ਹਰਮੀਤ ਸਿੰਘ ਪਾਊਵਾਲ, ਹਰਮੀਤ ਸਿੰਘ ਚੋਚੀ, ਜੋ ਕਿ SYL ਦੇ ਇੰਜੀਨੀਅਰਸ ਸੇਖੜੀ ਅਤੇ ਔਲਖ ਉੱਤੇ ਹੋਏ ਹਮਲੇ ਦੇ ਵਿੱਚ ਇਨਵੋਲਵ ਸਨ। ਇੱਕ ਇਨਫਾਰਮਰ ਉਹਨਾਂ ਵੱਲੋਂ ਵੀ ਨਿਊਟਰਲਾਈਜ਼ ਕੀਤਾ ਗਿਆ, ਜਿਸ ਉੱਤੇ ਸ਼ੱਕ ਸੀ ਕਿ ਬਲਵਿੰਦਰ ਸਿੰਘ ਜਟਾਣਾ ਦੀ ਮੁਖਬਰੀ ਕੀਤੀ ਗਈ ਹੈ। ਸੋ ਇਹ ਪੂਰਾ ਦਾ ਪੂਰਾ ਘਟਨਾਕ੍ਰਮ ਸੀ। ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਚੰਨਾ ਐਨਕਾਊਂਟਰ ਦੇ ਵਿੱਚ ਢੇਰ ਕੀਤੇ ਜਾ ਚੁੱਕੇ ਸੀ। ਦਲਜੀਤ ਸਿੰਘ ਦਲੀ ਗਾਇਬ ਹੋ ਚੁੱਕੇ ਸੀ, ਲੇਕਿਨ ਉਹਨਾਂ ਦੇ ਪਰਿਵਾਰ, ਕਿਉਂਕਿ ਇੰਟਰਨਲ ਲੈਵਲ ਦੇ ਉੱਤੇ ਬੱਬਰ ਖਾਲਸਾ, ਜਿਸ ਦੀ ਕਮਾਨ ਸੁਖਦੇਵ ਸਿੰਘ ਬੱਬਰ ਦੇ ਹੱਥ ਵਿੱਚ ਸੀ, ਉਹਨਾਂ ਦਾ ਹੇਠਾਂ ਵਧਾਵਾ ਸਿੰਘ ਬੱਬਰ ਤੇ ਹੋਰ ਜਥੇਬੰਦੀ ਦੇ ਆਗੂ ਸਨ, ਉਹਨਾਂ ਵੱਲੋਂ ਇੰਟਰਨਲ ਲੈਵਲ ਤੇ ਇਨਵੈਸਟੀਗੇਸ਼ਨ ਕੀਤੀ ਗਈ। ਇਸ ਨਨੇੜੀ ਪਿੰਡ ਜਿੱਥੇ ਕਿ ਦਲਜੀਤ ਸਿੰਘ ਦਲੀ ਨੂੰ ਲਾਸਟ ਟਾਈਮ ਦੇਖਿਆ, ਸਪੌਟ ਕੀਤਾ ਗਿਆ, ਉੱਥੇ ਵੀ ਜਥੇਬੰਦੀ ਦੇ ਸਾਰੇ ਲੋਕਾਂ ਦੇ ਨਾਲ ਬੈਠਕਾਂ ਹੋਈਆਂ। ਦਲਜੀਤ ਸਿੰਘ ਦਲੀ ਦੇ ਗਾਇਬ ਹੋਣ ਤੇ ਉਹਨਾਂ ਦੀ ਸੰਭਾਵਿਤ ਹੱਤਿਆ ਨੂੰ ਲੈ ਕੇ ਜਿੱਥੇ ਇੱਕ ਪਾਸੇ ਸੰਸਾ ਸੀ, ਬਲਵਿੰਦਰ ਸਿੰਘ ਜਟਾਣਾ ਦੇ ਹੋਏ ਐਨਕਾਊਂਟਰ ਦੇ ਵਿੱਚ ਉਹਨਾਂ ਦੀ ਮੁਖਬਰੀ ਨੂੰ ਲੈ ਕੇ ਕਈ ਕਿਸਮ ਦੀਆਂ ਜਥੇਬੰਦੀ ਦੇ ਵਿੱਚ ਚਰਚਾਵਾਂ ਸਨ ਜਾਂ ਗਲਤ ਫਹਿਮੀਆਂ ਸਨ। ਇਹ ਸਭ ਬਰਕਰਾਰ ਸਨ। ਵਿਦਿਨ ਫਿਊ ਵੀਕਸ ਇੱਕ ਹੋਰ ਘਟਨਾ ਹੁੰਦੀ ਹੈ, ਜਦੋਂ ਕਿ ਦਲਜੀਤ ਸਿੰਘ ਦਲੀ ਦੇ ਛੋਟੇ ਭਰਾ ਨਿਰਮਲ ਨਿੰਮੇ ਨੂੰ ਲਾ ਕੇ ਉਸ ਦੇ ਘਰ ਕੁਝ ਲੋਕਾਂ ਵੱਲੋਂ ਗੋਲੀ ਮਾਰਤੀ ਗਈ। ਹੁਣ ਮੰਨਿਆ ਇਹ ਜਾਂਦਾ ਵੀ ਇਹ ਵੀ ਕੁਝ ਖਾੜਕੂ ਜਥੇਬੰਦੀਆਂ ਦੇ ਲੋਕ ਸਨ। ਦੂਸਰੇ ਪਾਸੇ ਪੁਲਿਸ ਵੱਲੋਂ ਵੀ ਇਸ ਐਕਸ਼ਨ ਦੀ ਗੱਲਬਾਤ ਦੀਆਂ ਅਫਵਾਹਾਂ ਤਾਂ ਉੱਡਦੀਆਂ ਰਹੀਆਂ, ਲੇਕਿਨ ਪਰਿਵਾਰ ਦਾ ਇਹ ਮੰਨਣਾ ਹੈ ਕਿ ਕੁਝ ਅਜਿਹੇ ਲੋਕ ਜੋ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਕਿੜ ਕੱਢਣਾ ਚਾਹੁੰਦੇ ਸੀ, ਰੰਜਿਸ਼ ਰੱਖਦੇ ਸਨ, ਉਹਨਾਂ ਨੇ ਇਸ ਪੂਰੀ ਦੀ ਪੂਰੀ ਦੁਵਿਧਾ ਦੀ ਸਥਿਤੀ, ਜਿਸ ਦੌਰਾਨ ਗੱਲਾਂ ਇਹ ਚੱਲਦੀਆਂ ਪਈਆਂ ਸਨ ਕਿ ਬਲਵਿੰਦਰ ਸਿੰਘ ਜਟਾਣਾ ਦੇ ਐਨਕਾਊਂਟਰ ਦੀ ਸੂਚਨਾ ਇਸੇ ਕੁਆਟਰ ਤੋਂ ਗਈ ਹੋ ਸਕਦੀ ਹੈ, ਉਹਨਾਂ ਵੱਲੋਂ ਆਪਣੀ ਕਿੜ ਕੱਢ ਲਈ ਗਈ। ਲੇਕਿਨ ਇਸ ਤੋਂ ਬਾਅਦ ਪਰਿਵਾਰ ਇਸ ਚੀਜ਼ ਨੂੰ ਲੈ ਕੇ ਬਜ਼ਿਦ ਹੋ ਗਿਆ ਕਿ ਉਹ ਤਦ ਤੱਕ ਦਲਜੀਤ ਸਿੰਘ ਦਲੀ ਦਾ ਭੋਗ ਨਹੀਂ ਪਾਣਗੇ ਜਦ ਤੱਕ ਦਲਜੀਤ ਸਿੰਘ ਦਲੀ ਦੀ ਭੂਮਿਕਾ ਤੇ ਸਥਿਤੀ ਬਾਰੇ ਸਪਸ਼ਟਤਾ ਨਹੀਂ ਮਿਲਦੀ। ਇਸ ਗੱਲਬਾਤ ਨੂੰ ਲੈ ਕੇ ਸੁਖਦੇਵ ਸਿੰਘ ਬੱਬਰ ਤੇ ਵਧਾਵਾ ਸਿੰਘ ਬੱਬਰ ਖਾਲਸਾ ਦੀ ਜਿਹੜੀ ਟੌਪ ਲੀਡਰਸ਼ਿਪ ਨੇ ਕਈ ਬੈਠਕਾਂ ਕੀਤੀਆਂ। ਨਨੇੜੀ ਪਿੰਡ ਦੇ ਵਿੱਚ ਵੀ ਪੁੱਛਗਿੱਛ ਕੀਤੀ ਗਈ ਤੇ ਲੋਕਾਂ ਨੂੰ ਇਹ ਮੌਕਾ ਦਿੱਤਾ ਗਿਆ ਕਿ ਉਹ ਦੱਸਣ, ਯਾਨੀ ਕਿ ਖਾੜਕੂ ਜਥੇਬੰਦੀਆਂ ਦੇ ਜਿਹੜੇ ਕਾਰਕੁਨ ਜਿਨ੍ਹਾਂ ਤੋਂ ਕੋਈ ਗਲਤੀ ਵੀ ਹੋਈ ਹੈ, ਸ਼ੱਕ ਦੇ ਵਿੱਚ ਵੀ ਜੇ ਦਲਜੀਤ ਸਿੰਘ ਦਲੀ ਦਾ ਨੁਕਸਾਨ ਕੀਤਾ ਗਿਆ ਹੈ, ਇਸ ਬਾਰੇ ਜ਼ਰੂਰ ਕਲੈਰੀਫਾਈ ਕੀਤਾ ਜਾਏ। ਲੇਕਿਨ ਕਿਸੇ ਨੇ ਇਸ ਚੀਜ਼ ਦੀ ਸਪਸ਼ਟਤਾ ਜਾਂ ਕੋਈ ਵੀ ਕਲੀਅਰ ਕੱਟ ਜਾਣਕਾਰੀ ਸਾਹਮਣੇ ਨਹੀਂ ਆਈ। ਪਰਿਵਾਰ ਦਾ ਇਹ ਮੰਨਣਾ ਸੀ ਕਿ ਜਥੇਬੰਦੀ ਦੇ ਲੈਵਲ ਦੇ ਉੱਤੇ ਕੁਝ ਅਜਿਹੇ ਅਨਸਰਾਂ ਨੇ ਵੀ ਆਪਣੀ ਕਿੜ ਕੱਢਣ ਲਈ ਦਲਜੀਤ ਸਿੰਘ ਦਲੀ ਨੂੰ ਐਲੀਮੀਨੇਟ ਕੀਤਾ ਤੇ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਸਰੀਰ ਸੀ, ਯਾਨੀ ਕਿ ਡੈਡ ਬੋਡੀ ਤੱਕ ਲੱਭਣ ਨਹੀਂ ਦਿੱਤੀ। ਖੈਰ, ਪਰਿਵਾਰ ਇਸ ਗੱਲਬਾਤ ਨੂੰ ਲੈ ਕੇ ਅੜ ਗਿਆ ਕਿ ਭੋਗ ਉਹ ਨਹੀਂ ਪਾਣਗੇ ਜਦ ਤੱਕ ਜਥੇਬੰਦੀ ਦੀ ਹਾਈ ਕਮਾਂਡ, ਜੋ ਕਿ ਸੁਖਦੇਵ ਸਿੰਘ ਬੱਬਰ, ਵਧਾਵਾ ਸਿੰਘ ਬੱਬਰ ਤੇ ਹੋਰ ਕੁਝ ਲੀਡਰ ਸਨ, ਉਹ ਇਸ ਚੀਜ਼ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੰਦੇ। ਇਸ ਤੋਂ ਬਾਅਦ ਕਈ ਲੈਵਲ ਦੀਆਂ ਇਨਵੈਸਟੀਗੇਸ਼ਨਸ ਹੋਈਆਂ। ਇਹ ਦੱਸਿਆ ਜਾਂਦਾ ਕਿ ਪਰਿਵਾਰ ਜਿਸ ਦੇ ਉੱਤੇ ਕੁਝ ਲੋਕ ਸਵਾਲ ਚੁੱਕਦੇ ਆ ਰਹੇ ਸਨ, ਉਹਨਾਂ ਦੇ ਸੰਸਾਧਨਾਂ ਨੂੰ ਲੈ ਕੇ, ਕਿਵੇਂ ਕੁਝ ਜਿਹੜੇ ਟਰੱਕ ਵਗੈਰਾ ਖਰੀਦੇ ਗਏ ਪਰਿਵਾਰ ਵੱਲੋਂ, ਇਹ ਸਾਰੇ ਦਾ ਸਾਰਾ ਪੈਸਾ ਕਿੱਥੋਂ ਆਇਆ, ਜੋ ਕਿ ਲੋਨਸ ਦੇ ਉੱਤੇ ਸਾਰੀ ਦੀ ਸਾਰੀ ਪਰਚੇਜ਼ਸ ਕੀਤੀਆਂ ਗਈਆਂ ਸਨ। ਸ਼ਮਸ਼ੇਰ ਸਿੰਘ ਪਥਰੇੜੀ ਤੇ ਪਰਿਵਾਰ ਦੇ ਕਈ ਮੈਂਬਰ ਜਾਂਦੇ ਨੇ ਪੌਂਟਾ ਸਾਹਿਬ, ਜਿੱਥੇ ਵਧਾਵਾ ਸਿੰਘ ਬੱਬਰ ਦੇ ਨਾਲ ਇੱਕ ਬੈਠਕ ਹੁੰਦੀ ਹੈ।
ਇਸ ਬੈਠਕ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਸ਼ਮਸ਼ੇਰ ਸਿੰਘ ਡੂਮਛੇੜੀ ਵੀ ਮੌਜੂਦ ਸਨ ਤੇ ਇਸ ਬੈਠਕ ਦੇ ਵਿੱਚ ਪੂਰੀ ਦੀ ਪੂਰੀ ਸਪਸ਼ਟੀਕਰਨ ਪਰਿਵਾਰ ਨੇ ਦਿੱਤਾ ਕਿ ਜਿਹੜੇ ਸੰਸਾਧਨ ਉਹਨਾਂ ਕੋਲ ਹੈਗੇ ਨੇ, ਬਤੌਰ ਇੱਕ ਮੈਨੇਜਿੰਗ ਡਾਇਰੈਕਟਰ ਸ਼ਮਸ਼ੇਰ ਸਿੰਘ ਪਥਰੇੜੀ ਨੇ ਜੋ ਵੀ ਸਾਧਨ ਅਰਜਿਤ ਕੀਤੇ ਉਹ ਲੋਨਸ ਦੇ ਉੱਤੇ, ਬੈਂਕਾਂ ਦੇ ਕਰਜ਼ਿਆਂ ਦੇ ਉੱਤੇ ਅਰਜਿਤ ਕੀਤੇ ਗਏ ਸੰਸਾਧਨ ਨੇ, ਨਾ ਕਿ ਕਿਸੇ ਹੋਰ ਇਸ ਤਰੀਕੇ ਦੀ ਫੰਡਿੰਗ ਤੋਂ ਇਕੱਠਾ ਕੀਤਾ ਗਿਆ ਪੈਸਾ। ਸੋ ਦਲਜੀਤ ਸਿੰਘ ਦਲੀ ਜੋ ਕਿ SYL ਨਹਿਰ ਉੱਤੇ ਸੰਘਰਸ਼ ਖੁਦ ਵੀ ਕਰਦੇ ਰਹੇ, SYL ਦੇ ਇੰਜੀਨੀਅਰਾਂ ਨੂੰ ਮਾਰਨ ਦੀ ਪਲੈਨਿੰਗ ਦੇ ਵਿੱਚ ਉਹਨਾਂ ਦੀ ਭੂਮਿਕਾ ਸੀ, ਬਲਵਿੰਦਰ ਜਟਾਣੇ ਦੇ ਨਾਲ ਉਹਨਾਂ ਨੇ ਰਲ ਕੇ ਕੰਮ ਕੀਤਾ। ਬਲਵਿੰਦਰ ਜਟਾਣੇ ਦੀ ਹੀ ਹੱਤਿਆ ਦੇ ਇਲਜ਼ਾਮ ਵੀ ਲੱਗੇ, ਉਹਨਾਂ ਦੇ ਪਰਿਵਾਰ ਨੂੰ ਸਪਸ਼ਟੀਕਰਨ ਦੇਣੇ ਪਏ। ਬਾਅਦ ਦੇ ਵਿੱਚ ਜਿਹੜੀ ਨਨੇੜੀ ਤੇ ਪੌਂਟਾ ਸਾਹਿਬ ਵਿਖੇ ਅਲੱਗ-ਅਲੱਗ ਬੈਠਕਾਂ ਹੋਈਆਂ। ਸਾਰੇ ਤੱਥ ਸਾਹਮਣੇ ਆਉਣ ਤੋਂ ਬਾਅਦ ਦਲਜੀਤ ਸਿੰਘ ਦਲੀ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸਾਰੀ ਸਕਰੂਟਨੀ ਹੋਣ ਤੋਂ ਬਾਅਦ ਬੱਬਰ ਖਾਲਸਾ ਦੀ ਟਾਪ ਲੀਡਰਸ਼ਿਪ ਨੇ ਨਾ ਸਿਰਫ ਕਲੀਨ ਚਿੱਟ ਦਲਜੀਤ ਦਲੀ ਨੂੰ ਦਿੱਤੀ, ਬਲਕਿ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਦਾ ਯੋਗਦਾਨ, ਉਹਨਾਂ ਦੀ ਭੂਮਿਕਾ ਕਿਸੇ ਵੀ ਹੱਦ ਤੱਕ ਘੱਟ ਨਹੀਂ ਸਮਝੀ ਜਾ ਸਕਦੀ। ਪਰਿਵਾਰ ਨੂੰ ਇਸ ਚੀਜ਼ ਲਈ ਰਾਜ਼ੀ ਕੀਤਾ ਗਿਆ। ਅਖਬਾਰ ਵਿੱਚ ਇਸ਼ਤਿਹਾਰ ਛਪੇ, ਖਬਰਾਂ ਛਪਾਈਆਂ ਗਈਆਂ, ਜਿਸ ਤੋਂ ਬਾਅਦ 1 ਦਸੰਬਰ 1991 ਨੂੰ ਭੋਗ ਜਿਹੜਾ ਸੀ ਦਲਜੀਤ ਸਿੰਘ ਦਲੀ ਦਾ ਤੇ ਉਹਨਾਂ ਦੇ ਛੋਟੇ ਭਰਾ ਨਿਰਮਲ ਨਿੰਮਾ, ਜੋ ਕਿ ਉਸੇ ਪੂਰੀ ਲੜੀ ਤੇ ਘਟਨਾਕ੍ਰਮ ਯਾਨੀ ਕਿ ਸੀਰੀਜ਼ ਦੇ ਵਿੱਚ ਹੀ ਸ਼ਿਕਾਰ ਹੋਇਆ ਸੀ। ਲੇਕਿਨ ਇਹ ਚੀਜ਼ ਜਥੇਬੰਦੀ ਵੱਲੋਂ ਨਹੀਂ ਕਲੀਅਰ ਕੀਤੀ ਗਈ, ਨਾ ਹੀ ਸ਼ਾਇਦ ਜਥੇਬੰਦੀ ਦੇ ਕਾਰਕੁਨਾਂ ਨੂੰ, ਟਾਪ ਲੀਡਰਸ਼ਿਪ ਨੂੰ ਇਹ ਚੀਜ਼ ਕਲੀਅਰ ਹੋ ਪਾਈ। ਜੇ ਕਲੀਅਰ ਹੋ ਵੀ ਪਾਈ ਕਿ ਜਥੇਬੰਦੀ ਦੇ ਅੰਦਰ ਹੀ ਕੁਝ ਅਜਿਹੇ ਮੋਲ ਸਨ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਹੋ ਸਕਦੀ ਹੈ, ਦਲਜੀਤ ਸਿੰਘ ਦਲੀ ਦਾ ਕਤਲ ਕੀਤਾ ਜਾਂ ਫਿਰ ਉਹਨਾਂ ਨੂੰ ਐਲੀਮੀਨੇਟ ਕਰਵਾਇਆ, ਉਸ ਬਾਰੇ ਕੋਈ ਵੀ ਸਪਸ਼ਟੀਕਰਨ ਬਾਅਦ ਦੇ ਵਿੱਚ ਕਦੇ ਨਹੀਂ ਆਇਆ। ਲੇਕਿਨ ਅਖਬਾਰਾਂ ਦੇ ਵਿੱਚ ਭੋਗ ਦੇ ਸੰਦਰਭ ਦੇ ਵਿੱਚ ਜਿਹੜੇ ਇਸ਼ਤਿਹਾਰ ਛਪੇ, ਜੋ ਜਾਣਕਾਰੀ ਮਿਲੀ, ਉਸ ਦੇ ਵਿੱਚ ਬੱਬਰ ਖਾਲਸਾ ਦੀ ਟਾਪ ਲੀਡਰਸ਼ਿਪ ਤੇ ਹਾਈ ਕਮਾਂਡ ਨੇ ਦਲਜੀਤ ਸਿੰਘ ਦਲੀ ਨੂੰ ਸਹੀ ਕਰਾਰ ਦਿੱਤਾ। SYL ਨਹਿਰ ਦੇ ਨਿਰਮਾਣ ਦੇ ਖਿਲਾਫ ਜਿਹੜਾ ਸੰਘਰਸ਼, ਜੋ ਕਿ ਸਿਆਸੀ, ਕਾਨੂੰਨੀ ਤੇ ਖੂਨੀ ਅਲੱਗ-ਅਲੱਗ ਪੜਾਅ ਤੋਂ ਹੋ ਕੇ ਗੁਜ਼ਰਿਆ, ਉਸ ਦੀ ਜੇ ਆਪਾਂ ਪੂਰੀ ਕਹਾਣੀ ਨੂੰ ਸਿਰੇ ਤੋਂ ਸਿਰੇ ਤੱਕ ਜੋੜਨ ਤੇ ਸਮਝਣ ਦੀ ਕੋਸ਼ਿਸ਼ ਕਰੀਏ, ਬਹੁਤ ਸੀ ਗਲਤੀਆਂ ਹੋਈਆਂ, ਲੀਡਰਾਂ ਦੀ ਗਲਤੀਆਂ, ਸਿਆਸਤਦਾਨਾਂ ਦੀ ਗਲਤੀਆਂ, ਸ਼ਾਇਦ ਕਾਨੂੰਨੀ ਮਾਹਰਾਂ ਦੀਆਂ ਗਲਤੀਆਂ, ਸਰਕਾਰਾਂ ਦੀਆਂ ਗਲਤੀਆਂ। ਉਸ ਤੋਂ ਬਾਅਦ ਖਾੜਕੂ ਜਥੇਬੰਦੀਆਂ ਜਦੋਂ ਆਪਣੇ ਮੋੜ ਦੇ ਵਿੱਚ ਆਉਂਦੀਆਂ ਨੇ, ਉਹਨਾਂ ਵੱਲੋਂ ਵੀ ਗਲਤੀਆਂ ਕੀਤੀਆਂ ਗਈਆਂ। 35 ਪ੍ਰਵਾਸੀ ਮਜ਼ਦੂਰਾਂ ਨੂੰ ਮਾਰਨਾ ਕਿੱਥੇ ਦੀ ਇਨਸਾਨੀਅਤ ਸੀ? ਇੰਜੀਨੀਅਰਾਂ ਨੂੰ ਮਾਰ ਦੇਣਾ, ਪੜ੍ਹੇ ਲਿਖੇ ਬ੍ਰਿਲੀਅੰਟ ਮਾਈਂਡਸ, ਇਹਨਾਂ ਦਾ ਕਤਲ ਕਰ ਦੇਣਾ, ਇਹ ਕਿੱਥੋਂ ਦੀ ਸਿਆਣਪ ਤੇ ਅਕਲਮੰਦੀ ਸੀ? ਲੇਕਿਨ ਬਲਵਿੰਦਰ ਸਿੰਘ ਜਟਾਣਾ ਉਹਨਾਂ ਨੇ ਇਹ ਕੀਤਾ, ਆਪਣੇ ਸਾਥੀਆਂ ਦੇ ਨਾਲ ਰਲ ਕੇ ਕੀਤਾ, ਜੋ ਕਿ ਕਿਸੇ ਵੀ ਹੱਦ ਤੱਕ ਗਲਤ ਵਾਰਦਾਤ ਸੀ। ਪੰਜਾਬ ਪੁਲਿਸ ਦੇ ਇੱਕ IPS ਸੀਨੀਅਰ ਅਧਿਕਾਰੀ ਸੁਮੇਰ ਸਿੰਘ ਸੈਣੀ, ਜਿਨ੍ਹਾਂ ਨੇ ਆਪਣੇ ਗੁੰਡੇ ਇੱਕ ਤਰੀਕੇ ਨਾਲ ਪਾਲ ਰੱਖੇ ਸੀ, ਅਜੀਤ ਸਿੰਘ ਪੂਲੇ ਵਰਗੇ, ਠੀਕ ਹੈ, ਅੱਤਵਾਦ ਦੇ ਖਿਲਾਫ ਲੜਾਈ ਦੇ ਵਿੱਚ ਉਹਨਾਂ ਦੀ ਅਹਿਮ ਯੋਗਦਾਨ, ਭੂਮਿਕਾ ਸੁਮੇਰ ਸਿੰਘ ਸੈਣੀ ਦੀ ਰਹੀ। ਆਪਣੇ ਉੱਤੇ ਉਹਨਾਂ ਨੇ ਕਈ ਹਮਲੇ ਹੋਏ, ਹੀ ਵਾਜ਼ ਅ ਟਾਰਗੇਟ, ਉਹਨਾਂ ਨੇ ਆਪਣਾ ਕੰਮ ਵੀ ਕੀਤਾ। ਲੇਕਿਨ ਇਸ ਤਰੀਕੇ ਦੇ ਨਾਨ ਸਟੇਟ ਐਕਟਰਸ ਤੋਂ ਇੱਕ ਪਰਿਵਾਰ ਦੀ ਇੱਕ ਬਜ਼ੁਰਗ ਮਹਿਲਾ, ਉਸਦੀ ਮਾਸੀ, ਉਸਦੀ ਭੈਣ ਤੇ ਉਸਦੇ ਛੋਟੇ ਜਿਹੇ 4-5 ਸਾਲ ਦੇ ਭਾਂਜੇ ਨੂੰ ਕਤਲ ਕਰਵਾਤਾ ਗਿਆ। ਇਹ ਕਿਸ ਤਰੀਕੇ ਦੀ, ਕਿਹੜੀ ਇਨਸਾਨੀਅਤ ਸੀ ਜੋ ਵਾਰਦਾਤ ਜਟਾਣਾ ਪਿੰਡ ਦੀ ਹੋਈ 30 ਅਗਸਤ ਦੀ? ਉਸ ਤੋਂ ਬਾਅਦ ਫਿਰ ਦੇਖੋ ਜਿਹੜਾ ਐਨਕਾਊਂਟਰ ਹੁੰਦਾ, ਚਲੋ ਐਨਕਾਊਂਟਰ ਇੱਕ ਸੰਘਰਸ਼ ਦਾ ਦੌਰ ਹੈ, ਮੁਖਬਰਾਂ ਨੇ, ਜਾਸੂਸਾਂ ਨੇ ਖੁਫੀਆ ਜਾਣਕਾਰੀਆਂ ਦੇਣੀਆਂ, ਪੁਲਿਸ ਨੇ ਐਨਕਾਊਂਟਰ ਮੁਕਾਬਲੇ ਕਰਨੇ ਨੇ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਸੋ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਚਾਨਾ ਜੇ ਮਾਰੇ ਜਾਂਦੇ ਨੇ ਇਸ ਸੰਘਰਸ਼ ਦੇ ਵਿੱਚ, ਉਹ ਇੱਕ ਨੈਚੁਰਲ ਸੀਕੁਅਲ ਹੈ। ਜਿਸ ਤਰੀਕੇ ਦੇ ਰਸਤੇ ਉੱਤੇ ਤੁਸੀਂ ਤੁਰੇ ਹੋ ਉਵੇਂ ਹੋਣਾ ਹੈ। ਲੇਕਿਨ ਉਸ ਤੋਂ ਬਾਅਦ ਦਲਜੀਤ ਸਿੰਘ ਦਲੀ ਦੇ ਨਾਲ ਕੀ ਹੁੰਦਾ ਹੈ, ਉਹ ਵੀ ਕਾਫੀ ਹੈਰਾਨ ਕਰ ਦੇਣ ਵਾਲਾ ਸੀ। ਇੱਕ ਵਿਅਕਤੀ ਜਿਸਨੇ ਕਿ SYL ਲਈ ਸੰਘਰਸ਼ ਕੀਤਾ, ਭਾਖੜਾ ਮੇਨ ਲਾਈਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਬਾਅਦ ਦੇ ਵਿੱਚ ਇੰਜੀਨੀਅਰਾਂ ਦੀ ਕਤਲ ਦੀ ਪਲੈਨਿੰਗ ਦੇ ਵਿੱਚ ਇਨਵੋਲਵ ਸੀ, ਉਸ ਦੇ ਨਾਲ ਆਪਣੇ ਨਾਲ ਵੀ ਤਕਰੀਬਨ ਉਹੀ ਕੁਝ ਹੋਇਆ। ਸੋ ਸੀਰੀਜ਼ ਆਫ ਇਵੈਂਟਸ ਤੇ ਅਜਿਹੀਆਂ ਗਲਤੀਆਂ, ਅਜਿਹੀਆਂ ਧੱਕੇ ਵਧੀਕੀਆਂ ਜੋ ਕਿ ਇੱਕ ਤੋਂ ਬਾਅਦ ਇੱਕ ਹੁੰਦੇ ਗਏ। ਇਟ ਵਾਸ ਅ ਮੈਡ ਸਟੇਟ ਆਫ ਅਫੇਅਰਸ। ਮੈਂ ਕਹਾਂਗਾ ਉਹ ਇੱਕ ਅਜਿਹਾ ਦੌਰ ਸੀ ਜਿਸ ਦੌਰਾਨ ਕੀ ਹੋ ਰਿਹਾ ਸੀ ਤੇ ਇੰਨੀ ਤੇਜ਼ ਰਫ਼ਤਾਰ ਦੇ ਨਾਲ ਹੋ ਰਿਹਾ ਸੀ, ਕਿਸ ਨੂੰ ਸਮਝਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਸੀ। ਜਿਹਨੂੰ ਕਹਿੰਦੇ ਨੇ ਸੁਰਤ ਨਹੀਂ ਸਾਂਭੀ ਜਾ ਰਹੀ ਸੀ ਤੇ ਅਗਲੀ ਘਟਨਾ, ਅਗਲਾ ਵਾਰਦਾਤ, ਅਗਲਾ ਚੇਨ ਆਫ ਇਵੈਂਟਸ ਜਿਹੜਾ ਸੀਕੁਅਲ ਹੁੰਦਾ ਸੀ ਉਹ ਸ਼ੁਰੂ ਹੋ ਜਾਂਦਾ ਸੀ। ਸੋ SYL ਦੇ ਸੰਦਰਭ ਦੇ ਵਿੱਚ ਇਹਨਾਂ 4 ਪਾਰਟ ਦੀ ਸੀਰੀਜ਼ ਦੇ ਵਿੱਚ ਮੈਂ ਅੱਜ ਦੀ ਗੱਲਬਾਤ ਨੂੰ ਇੱਥੇ ਦਾਂਗਾ ਵਿਰਾਮ। ਅੱਜ ਦੀ ਰਿਪੋਰਟ ਉੱਤੇ ਕੋਈ ਕਮੈਂਟ, ਫੀਡਬੈਕ ਹੋਏ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਇਸ ਰਿਪੋਰਟ ਨੂੰ ਵੇਖਣ ਲਈ।